ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਇੰਸ ਦਾ ਲੈਕਚਰ ਨੰਬਰ 7 ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਮੈਟਲਸ ਐਂਡ ਨਾਨ ਮੈਟਲਸ। ਦੇਖੋ ਇਹ ਬੜਾ ਇੰਪੋਰਟੈਂਟ ਚੈਪਟਰ ਆ। ਇਹਦੇ ਵਿੱਚੋਂ ਇੱਕ ਦੋ ਕੁਐਸਚਨਸ ਹਰ ਵਾਰੀ ਘੁਮਾ ਫਿਰਾ ਕੇ ਜਿਹੜੇ ਪੁੱਛੇ ਜਾਂਦੇ ਆ, ਠੀਕ ਹੈ। ਸੋ ਆਪਾਂ ਉਹ ਸਾਰੇ ਕੁਐਸਚਨ ਮਤਲਬ ਆਪਾਂ ਥਿਊਰੀ ਦੇ ਬੇਸ ਤੇ ਆਪਾਂ ਇਹ ਕੁਐਸਚਨ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਕਵਰ ਕਰਨ ਦੀ, ਠੀਕ ਹੈ ਜੀ। ਸੋ ਜੋ ਵੀ ਇਸ ਵੀਡੀਓ ਦੇਖਣ ਲਈ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਮੈਂ ਕੋਈ ਵੀਡੀਓ ਅਪਲੋਡ ਕਰਾਂ ਉਸ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ। ਕਈ ਵਾਰ ਅਸੀਂ ਵੀਡੀਓ ਦੇਖਣ ਲੱਗ ਜਾਂਦੇ ਹਾਂ, ਹੈ ਨਾ, ਅਤੇ ਐਂਡ ਤੱਕ ਜਾਂਦੇ ਹਾਂ ਪਰ ਅਸੀਂ ਸ਼ੇਅਰ ਕਰਨਾ ਜਿਹੜਾ ਭੁੱਲ ਜਾਂਦੇ ਹਾਂ, ਲਾਈਕ ਕਰਨਾ ਭੁੱਲ ਜਾਂਦੇ ਹਾਂ। ਸੋ ਤੁਸੀਂ ਲਾਈਕ ਦਾ ਬਟਨ ਜਿਹੜਾ ਹੁਣੇ ਤੁਸੀਂ ਜਿਹੜਾ ਆ ਦਬਾ ਦਿਓ, ਠੀਕ ਹੈ। ਸੋ ਆਪਾਂ ਹੁਣ ਵੀਡੀਓ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਦੇਖੋ ਮੈਟਲਸ ਐਂਡ ਨਾਨ ਮੈਟਲਸ ਸਟਾਰਟਿੰਗ ਆਪਾਂ ਕਰਾਂਗੇ। ਦੇਖੋ ਮੈਟਲਸ ਦੇਖੋ ਹੁੰਦੇ ਕੀ ਆ, ਠੀਕ ਹੈ। ਆਪਾਂ ਸਿੱਧਾ ਕੁਐਸਚਨਸ ਵੱਲ ਤੁਰ ਪੈਂਦੇ ਆਪਾਂ, ਪਰ ਆਪਾਂ ਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਹੈ, ਠੀਕ ਹੈ। ਸੋ ਮੈਟਲਸ ਦੇਖੋ ਜਿਹੜੇ ਹੁੰਦੇ ਕੀ ਆ, ਮੈਟਲਸ ਆਰ ਮਟੀਰੀਅਲਸ possessing or holding the characteristics of being hard, fusible, shiny, malleable, ductile and so on। ਦੇਖੋ ਫਿਊਜ਼ੀਬਲ ਮਤਲਬ ਕੀ ਹੁੰਦਾ ਕਿ ਕੋਈ ਵੀ ਸਬਸਟੈਂਸ ਹੈ ਨਾ, ਕੋਈ ਐਦਾਂ ਦਾ ਮਟੀਰੀਅਲ, ਠੀਕ ਹੈ, ਜਿਹਨੂੰ ਅਸੀਂ ਮੋਲਡ ਕਰ ਸਕਦੇ ਹਾਂ, ਠੀਕ ਹੈ। ਸ਼ਾਈਨੀ ਮਤਲਬ ਜਿਹੜਾ ਚਮਕਦਾਰ ਹੋਵੇ। ਮੇਲੇਬਲ ਮਤਲਬ ਕਿ ਜਿਹਨੂੰ ਅਸੀਂ ਥਿਨ ਮਤਲਬ ਆਪਾਂ ਸ਼ੀਟਸ ਦੇ ਵਿੱਚ ਆਪਾਂ ਉਸ ਨੂੰ ਜਿਹੜਾ ਆਪਾਂ ਕਰ ਸਕੀਏ, ਉਹਨੂੰ ਬਣਾ ਸਕੀਏ, ਠੀਕ ਹੈ। ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਜਿਹੜੀ ਹੈ ਸਿਲਵਰ ਆਉਂਦੀ ਆ। ਤੁਸੀਂ ਦੇਖਿਆ ਹੋਊਗਾ ਜੋ ਤੁਸੀਂ ਬਰਫੀ ਵਗੈਰਾ ਖਾਂਦੇ ਆ ਤਾਂ ਬਰਫੀ ਖਾਣ ਵੇਲੇ ਉਹਦੇ ਉੱਤੇ ਇੱਕ ਬਹੁਤ ਪਤਲੀ ਪਰਤ ਹੁੰਦੀ ਆ, ਠੀਕ ਹੈ, ਸਿਲਵਰ ਦੀ, ਹੈ ਨਾ। ਅਤੇ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੀ ਇੱਕ ਇੱਦਾਂ ਦੀ ਪ੍ਰੋਪਰਟੀ ਆ ਕਿ ਇਹ ਮਿਲੇਬਲ ਆ, ਹੈ ਨਾ। ਮਤਲਬ ਇਹਦੀਆਂ ਅਸੀਂ ਬਹੁਤ ਬਰੀਕ ਥਿਨ ਸ਼ੀਟਸ ਆਪਾਂ ਬਣਾ ਸਕਦੇ ਹਾਂ। ਡਕਟਾਈਲ ਮਤਲਬ ਇਹਦੀਆਂ ਅਸੀਂ ਵਾਇਰ ਬਣਾ ਸਕਦੇ ਹਾਂ, ਠੀਕ ਹੈ। ਐਂਡ ਸੋ ਔਨ, ਕਾਫੀ ਇਹਦੀਆਂ ਜਿਹੜੀਆਂ ਆ ਇਹਦੇ ਕਰੈਕਟਰਿਸਟਿਕ ਔਰ ਪ੍ਰੋਪਰਟੀਜ਼ ਨੇ, ਠੀਕ ਹੈ। ਅ ਫਿਊ ਐਗਜ਼ਾਮਪਲ ਆਫ ਮੈਟਲਸ ਆਰ ਸਿਲਵਰ, ਗੋਲਡ, ਕਾਪਰ, ਐਲੂਮੀਨੀਅਮ, ਆਇਰਨ ਐਂਡ ਮੈਨੀ ਮੋਰ। ਇਹ ਸਾਰੇ ਕੀ ਹੈ ਜੀ, ਮੈਟਲ ਆ, ਠੀਕ ਹੈ। ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲ, ਹੁਣ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਆ। ਜਿਵੇਂ ਆਪਾਂ ਹੁਣੇ ਦੇਖਿਆ, ਪਹਿਲੀ ਪ੍ਰੋਪਰਟੀ ਇਹਦੀ ਹੈਗਾ ਜੀ ਮੇਲੇਬਿਲਿਟੀ, ਠੀਕ। ਉਹਦਾ ਮਤਲਬ ਕੀ ਹੈ, ਦਾ ਪ੍ਰੋਪਰਟੀ ਆਫ ਮੈਟਲਸ ਬਾਈ ਵਿਚ ਦੇ ਮੇ ਬੀ ਬੀਟਨ ਇਨਟੂ ਥਿਨ ਸ਼ੀਟਸ, ਠੀਕ ਹੈ। ਐਨ ਐਗਜ਼ਾਮਪਲ ਇਜ਼ ਸਿਲਵਰ ਮੈਟਲ ਬੀਟਨ ਟੂ ਮੇਕ ਸਿਲਵਰ ਫੋਇਲ ਯੂਜ਼ਡ ਫॉर ਸਵੀਟਸ ਡੈਕੋਰੇਸ਼ਨ। ਦੇਖੋ ਆਪਾਂ ਹੁਣੇ ਗੱਲ ਕੀਤੀ ਆ, ਸਵੀਟ ਮਤਲਬ ਜ਼ਿਆਦਾ ਬਰਫੀ ਦੀ ਜਿਹੜੀ ਆਪਾਂ ਉੱਤੇ ਡੈਕੋਰੇਸ਼ਨ ਉਹਦੀ ਦੇਖ ਸਕਦੇ ਹਾਂ, ਠੀਕ ਹੈ। ਡਕਟੇਬਿਲਿਟੀ ਮਤਲਬ ਇਜ਼ ਅ ਪ੍ਰੋਪਰਟੀ ਆਫ ਮੈਟਲਸ ਬਾਈ ਵਰਚੂ ਵਿਚ ਕੈਨ ਬੀ ਡਰੋਨ ਇਨਟੂ ਥਿਨ ਵਾਇਰਸ। ਜਿਹੜੀਆਂ ਆਪਾਂ ਘਰ ਦੇ ਵਿੱਚ ਦੇ ਵਾਇਰਸ ਆਪਣੇ ਲੱਗੀਆਂ ਨੇ ਉਹਦੇ ਅੰਦਰ ਜਿਹੜੀਆਂ ਵਾਇਰਸ ਹੁੰਦੀਆਂ ਨੇ ਉਹ ਮੈਟਲ ਹੀ ਹੁੰਦਾ ਆ, ਠੀਕ ਹੈ। ਤਾਂ ਉਹਦੀ ਇੱਕ ਪ੍ਰੋਪਰਟੀ ਆ ਡਕਟਿਲਿਟੀ, ਠੀਕ ਹੈ। ਐਗਜ਼ਾਮਪਲਸ ਆਰ ਕਾਪਰ, ਆਇਰਨ ਕੈਨ ਬੀ ਡਰੋਨ ਇਨਟੂ ਥਿਨ ਵਾਇਰਸ, ਠੀਕ ਹੈ। ਉਹ ਕਾਪਰਸ ਦੀਆਂ ਵਾਇਰ ਹੋ ਸਕਦੀਆਂ, ਆਇਰਨ ਦੀਆਂ ਹੋ ਸਕਦੀਆਂ, ਠੀਕ ਹੈ ਜੀ। ਕੰਡਕਟਿਵਿਟੀ ਦੇ ਵਿੱਚ ਦੇਖੋ ਕੀ ਕਹਿੰਦਾ ਆ। ਕੰਡਕਟਿਵਿਟੀ 'ਚ ਉਹ ਕਹਿੰਦਾ ਆ ਕਿ ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਕੀ ਕਹਿੰਦਾ ਆ, ਮੈਟਲਸ ਆਰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਦ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ ਆਰ ਕਾਪਰ ਐਂਡ ਸਿਲਵਰ। ਈਜ਼ੀਲੀ ਇਹਦੇ ਵਿੱਚੋਂ ਹੀਟ ਇਲੈਕਟ੍ਰੀਸਿਟੀ ਪਾਸ ਹੋ ਸਕਦੀ ਹੈ, ਠੀਕ ਹੈ, ਮੈਟਲਸ ਦੇ ਵਿੱਚੋਂ। ਹਾਊਐਵਰ ਮਰਕਰੀ ਐਂਡ ਲੈਡ ਆਰ ਪੂਅਰ ਕੰਡਕਟਰ। ਦੇਖੋ ਮਰਕਰੀ ਅਤੇ ਲੈਡ ਆ ਜਿਹੜੇ ਪੂਅਰ ਕੰਡਕਟਰ ਆਫ ਇਲੈਕਟ੍ਰੀਸਿਟੀ ਆ, ਠੀਕ ਹੈ, ਜਾਂ ਇਲੈਕਟ੍ਰੀਸਿਟੀ ਜਾਂ ਪੂਅਰ ਕੰਡਕਟਰ ਆਫ ਹੀਟ ਹੈ। ਤੁਸੀਂ ਯਾਦ ਰੱਖਣਾ ਮਰਕਰੀ ਐਂਡ ਲੈਡ। ਐਕਸੈਪਟ ਫॉर ਕੈਲਸ਼ੀਅਮ ਐਂਡ ਗੈਲੀਅਮ ਦੇ ਆਲਸੋ ਹੈਵ ਹਾਈ ਮੈਲਟਿੰਗ ਪੁਆਇੰਟ, ਠੀਕ ਹੈ। ਇਹਦੇ ਵਿੱਚ ਇੰਪੋਰਟੈਂਟ ਆਹੀ ਆ ਕਿ ਮਰਕਰੀ ਐਂਡ ਲੈਡ ਆ ਦੋ ਇੱਦਾਂ ਦੇ ਜਿਹੜੇ ਪੂਅਰ ਕੰਡਕਟਰ ਆ, ਬਾਕੀ ਸਾਰੇ ਗੁੱਡ ਕੰਡਕਟਰ ਆ। ਸੋਲਿਡ, ਆਲ ਦੀ ਮੈਟਲਸ ਆਰ ਸੋਲਿਡ। ਜਿੰਨੇ ਵੀ ਅਸੀਂ ਮੈਟਲ ਦੇਖਦੇ ਸਾਰੇ ਸੋਲਿਡ ਹੁੰਦੇ ਆ ਐਕਸੈਪਟ ਮਰਕਰੀ। ਤੁਹਾਨੂੰ ਕਈ ਵਾਰ ਇੱਦਾਂ ਕੁਐਸਚਨ ਆ ਸਕਦੇ ਆ ਕਿ ਇਹਨਾਂ ਵਿੱਚੋਂ ਕਿਹੜੇ ਮੈਟਲਸ ਨੇ, ਹਾਂ, ਜਾਂ ਆਪਾਂ ਨੂੰ ਇੱਦਾਂ ਪੁੱਛ ਸਕਦੇ ਆ ਕਿ ਕਿਹਦੇ ਐਕਸੈਪਟ, ਕਿਹਨੂੰ ਛੱਡ ਕੇ ਸਾਰੇ ਮੈਟਲਸ ਨੇ। ਤੁਹਾਨੂੰ ਕੋਈ ਇੱਦਾਂ ਦੀ ਐਗਜ਼ਾਮਪਲ, ਮੰਨ ਲਓ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਕਾਪਰ, ਠੀਕ ਹੈ, ਤੁਹਾਨੂੰ ਐਗਜ਼ਾਮਪਲ ਦਿੱਤੀਆਂ ਆਇਰਨ ਦਿੱਤੀ ਹੋਵੇ, ਠੀਕ ਹੈ, ਐਲੂਮੀਨੀਅਮ ਹੋਵੇ, ਤਾਂ ਇੱਕ ਤੁਹਾਨੂੰ ਆਪਸ਼ਨ ਲਾਸਟ ਦੇ ਵਿੱਚ ਦਿੱਤੀ ਹੋਵੇ ਮਰਕਰੀ ਦੀ, ਠੀਕ ਹੈ। ਹੁਣ ਤੁਹਾਨੂੰ ਪੁੱਛਣ ਕਿ ਇਹਦੇ ਵਿੱਚੋਂ ਕਿਹੜਾ ਆ ਜਿਹੜਾ ਸੋਲਿਡ ਆ ਐਕਸੈਪਟ, ਤਾਂ ਉਹਦਾ ਆਨਸਰ ਕੀ ਹੋਵੇਗਾ, ਮਰਕਰੀ ਨੂੰ ਛੱਡ ਕੇ ਜਿਹੜੇ ਆ ਬਾਕੀ ਸਾਰੇ ਕਾਪਰ, ਆਇਰਨ ਐਂਡ ਐਲੂਮੀਨੀਅਮ ਕੀ ਆ, ਇਹ ਮੈਟਲ ਆ, ਠੀਕ ਹੈ ਜੀ। ਸੋ ਇੱਦਾਂ ਦੇ ਜਿਹੜੇ ਕੁਐਸਚਨ ਆ
मतलब ਤੁਹਾਨੂੰ ਪੁੱਛ ਸਕਦੇ ਆ। ਠੀਕ ਹੈ ਜੀ। ਕੈਮੀਕਲ ਪ੍ਰੋਪਰਟੀਜ਼ ਹੁਣ ਕੀ ਆ, ਦੇਖੋ ਇਹਨਾਂ ਦੀ ਡੈਂਸਿਟੀ ਹਾਈ ਹੁੰਦੀ ਆ। ਠੀਕ ਹੈ। ਮੈਟਲਸ ਆਰ ਡਕਟਾਈਲ, ਜੋ ਆਪਾਂ ਉੱਪਰ ਪੜ੍ਹਿਆ। ਮੈਟਲਸ ਫੋਰਮਸ ਐਂਡ ਅਲੋਏ ਵਿਦ ਮੈਟਲ ਐਂਡ ਅਦਰ ਮੈਟਲਸ, ਮੈਟਲਸ ਨਾਲ ਮਿਲ ਕੇ ਜਾਂ ਕੋਈ ਅਦਰ ਮੈਟਲਸ ਨਾਲ ਮਿਲ ਕੇ ਇਹ ਅਲੋਏ ਬਣਾ ਸਕਦੇ ਆ। ਅਲੋਏ ਜਿੱਦਾਂ ਤੁਹਾਨੂੰ ਪਤਾ ਹੈ ਕਿ ਯੂਜ਼ ਹੁੰਦੇ ਨੇ ਗੱਡੀਆਂ ਦੇ ਵਿੱਚ, ਜਾਂ ਜਿਹੜੇ ਰਿਮ ਹੁੰਦੇ ਨੇ ਉਹਨਾਂ ਦੇ ਵਿੱਚ ਅਲੋਏ ਯੂਜ਼ ਹੁੰਦੇ ਨੇ। ਮੈਟਲਸ ਲਾਈਕ ਸੋਡੀਅਮ ਪੋਟਾਸ਼ੀਅਮ ਆਰ ਸਟੋਰਡ ਇਨ ਆਇਲ। ਦੇਖੋ ਸੋਡੀਅਮ ਔਰ ਪੋਟਾਸ਼ੀਅਮ ਮੈਟਲ ਹੀ ਨੇ। ਠੀਕ ਹੈ। ਪਰ ਇਹਦੇ ਵਿੱਚੋਂ ਜਿਹੜੇ ਇਹ ਦੋ ਜਿਹੜੇ ਇਹਨੇ ਖਾਸ ਕਿਉਂ ਨੇ, ਇਹਨਾਂ ਨੂੰ ਅਸੀਂ ਆਇਲ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਕੈਪਟ ਕਰਕੇ ਰੱਖਦੇ ਹਾਂ। ਠੀਕ ਹੈ। ਕਿਉਂਕਿ ਇਹ ਹਵਾ ਦੇ ਵਿੱਚ ਆਉਂਦੇ ਹੀ ਬਹੁਤ ਜਲਦੀ ਰਿਐਕਟ ਕਰਦੇ ਆ। ਠੀਕ ਹੈ। ਇਸ ਲਈ ਇਹ ਹਮੇਸ਼ਾ ਯਾਦ ਰੱਖਣਾ ਦੋ, ਇਹ ਹਰ ਵਾਰ ਕੁਐਸਚਨ ਕਈ ਵਾਰ ਪੁੱਛਦੇ ਆ ਸੋਡੀਅਮ ਔਰ ਪੋਟਾਸ਼ੀਅਮ, ਦੋ ਇੱਦਾਂ ਦੇ ਆ ਮੈਟਲ ਆ ਇਹ। ਠੀਕ ਹੈ। ਜਿਹੜੇ ਕਿ ਹਵਾ ਦੇ ਨਾਲ ਬਹੁਤ ਰਿਐਕਟਿਵ ਹੁੰਦੇ ਆ, ਇਹਨਾਂ ਨੂੰ ਮਤਲਬ ਆਇਲ ਦੇ ਵਿੱਚ ਹੀ ਜਿਹੜਾ ਆ ਰੱਖਿਆ ਜਾਂਦਾ। ਠੀਕ ਹੈ। ਨੋਨ ਮੈਟਲਸ ਆ ਗਏ। ਹੁਣ ਦੇਖੋ ਮੈਟਲਸ ਪੜ੍ਹ ਲਿਆ ਆਪਾਂ, ਨੋਨ ਮੈਟਲਸ ਕੀ ਆ। ਨੋਨ ਮੈਟਲਸ ਡੂ ਨਾਟ ਹੋਲਡ ਦਾ ਕਰੈਕਟਰਿਸਟਿਕਸ ਆਫ ਮੈਟਲ। ਜੋ ਵੀ ਆਪਾਂ ਕਰੈਕਟਰਿਸਟਿਕਸ ਮੈਟਲ ਦੀਆਂ ਪੜ੍ਹੀਆਂ ਉਹਨਾਂ ਵਿੱਚੋਂ ਇਹ ਕੋਈ ਇਹਨੂੰ ਮਤਲਬ ਲਾਈ ਨਹੀਂ ਕਰਦਾ। ਇਟ ਮੀਨਸ ਦੇ ਆਰ ਨਾਟ ਹਾਰਡ। ਸੋ ਇਹ ਤੋਂ ਪਤਾ ਲੱਗਦਾ ਕਿ ਇਹ ਹਾਰਡ ਨਹੀਂ ਹੁੰਦਾ, ਇਹ ਸ਼ਾਈਨੀ ਨਹੀਂ ਹੁੰਦਾ, ਫਿਊਜ਼ੀਬਲ ਨਹੀਂ ਹੁੰਦਾ, ਮੇਲੇਬਲ ਨਹੀਂ ਹੁੰਦਾ, ਡਕਟਾਈਲ ਨਹੀਂ ਹੁੰਦਾ। ਮਤਲਬ ਜੋ ਮੈਟਲ ਹੁੰਦੇ ਨੇ ਉਹ ਨੋਨ ਮੈਟਲਸ ਦੇ ਵਿੱਚ ਉਹ ਪ੍ਰੋਪਰਟੀਜ਼ ਨਹੀਂ ਹੁੰਦੀਆਂ। ਠੀਕ ਹੈ। Many materials like sulfur, coal are too soft and dull in appearance. They can be broken down into very fine, thin, powdery mass. ठीक है। सो ਅੱਗੇ ਚੱਲਦੇ ਹਾਂ, ਫਿਜ਼ੀਕਲ ਪ੍ਰੋਪਰਟੀਜ਼ ਇਹਨਾਂ ਦੀਆਂ ਦੇਖਦੇ ਹਾਂ। ਨੋਨ ਮੈਟਲਸ ਮੇ ਬੀ ਸੋਲਿਡ। ਦੇਖੋ ਨੋਨ ਮੈਟਲ ਆ ਜਿਹੜੇ ਇਹ ਸੋਲਿਡ ਵੀ ਹੋ ਸਕਦੇ ਆ, ਲਿਕੁਇਡ ਵੀ ਹੋ ਸਕਦੇ ਆ, ਅਤੇ ਇਹ ਕੀ ਹੋ ਸਕਦੇ ਆ, ਗੈਸਿਸ ਵੀ ਹੋ ਸਕਦੇ ਆ। ਠੀਕ ਹੈ। ਹੁਣ ਜਿਵੇਂ ਆਪਾਂ ਇਹਦੇ ਵਿੱਚ ਪੜ੍ਹਿਆ, ਦੇਖੋ ਕੋਲ ਆ, ਕੋਲ ਦੀ ਗੱਲ ਕੀਤੀ ਹੈ। ਕੋਲ ਅਸਲ ਦੇ ਵਿੱਚ ਥੋੜ੍ਹਾ ਸੋਲਿਡ ਹੁੰਦਾ ਹੈ। ਠੀਕ ਹੈ। ਅੱਗੇ ਚੱਲਦੇ ਹਾਂ। ਐਕਸੈਪਟ ਫॉर ਗ੍ਰੇਫਾਈਟ ਨੋਨ ਮੈਟਲਸ ਆਰ ਪੂਅਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਸੋ ਐਕਸੈਪਟ ਫॉर ਉੱਪਰ ਆਪਾਂ ਪੜ੍ਹਿਆ ਕਿ ਮਰਕਰੀ ਨੂੰ ਛੱਡ ਕੇ ਜਿਹੜੇ ਸਾਰੇ ਆ ਉਹ ਕੀ ਹੁੰਦੇ ਆ, ਗੁੱਡ ਕੰਡਕਟਰ। ਹੁਣ ਨੋਨ ਮੈਟਲਸ ਦੇ ਵਿੱਚ ਸਿਰਫ ਗ੍ਰੈਫਾਈਟ ਨੂੰ ਛੱਡ ਕੇ ਸਾਰੇ ਜਿਹੜੇ ਨੋਨ ਮੈਟਲਸ ਆਰ ਪੂਅਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਆ। ਠੀਕ ਹੈ। ਸੋ ਅੱਗੇ ਪੜ੍ਹਦੇ ਹਾਂ। ਨੋਨ ਮੈਟਲਸ ਡੂ ਨਾਟ ਪ੍ਰੋਡਿਊਸ ਅ ਰਿੰਗਿੰਗ ਸਾਊਂਡ ਆਰ ਨਾਟ ਸਨੋਰਸ। ਠੀਕ ਹੈ। ਨੋਨ ਮੈਟਲਸ ਡੂ ਨਾਟ ਪ੍ਰੋਡਿਊਸ ਅ ਰਿੰਗਿੰਗ। ਨੋਨ ਮੈਟਲਸ ਤੋਂ ਰਿੰਗਿੰਗ ਦੀ ਸਾਊਂਡ ਨਹੀਂ ਆਉਂਦੀ, ਮਤਲਬ ਉਹਨਾਂ ਤੋਂ ਆਵਾਜ਼ ਨਹੀਂ ਆਉਂਦੀ। ਜਿਵੇਂ ਕਾਪਰ ਆ, ਅਗਰ ਕਾਪਰ ਦੇ ਉੱਪਰ ਅਸੀਂ ਕੋਈ ਚੀਜ਼ ਨਾਲ ਉਹਨੂੰ ਸੱਟ ਮਾਰਾਂਗੇ ਤਾਂ ਇੱਕ ਆਵਾਜ਼ ਪੈਦਾ ਹੁੰਦੀ ਹੈ। ਠੀਕ ਹੈ। ਨੋਨ ਮੈਟਲਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਐਗਜ਼ਾਮਪਲਸ ਆਫ ਨੋਨ ਮੈਟਲਸ ਆਰ ਆਕਸੀਜਨ, ਕਾਰਬਨ, ਸਲਫਰ, ਫਾਸਫੋਰਸ ਐਂਡ ਮੈਨੀ ਮੋਰ। ਠੀਕ ਹੈ। ਸੋ ਇੱਕ ਕਈ ਵਾਰ ਤੁਹਾਨੂੰ ਇੱਦਾਂ ਤੁਹਾਨੂੰ ਕੋਈ ਜਿਹੜੀ ਹੈ ਇਕੁਏਸ਼ਨ ਵੀ ਜਿਹੜੀ ਪੁੱਛ ਲੈਂਦੇ ਆ। ਠੀਕ ਹੈ। ਕੋਈ ਜਿਹੜੀ ਰਿਐਕਸ਼ਨ ਹੈ ਕੋਈ। ਠੀਕ ਹੈ। ਜਿਹਦੇ ਵਿੱਚ ਆ ਜਾਂਦਾ ਜੀ ਸਲਫਰ ਡਾਈਆਕਸਾਈਡ ਪਲੱਸ H2O ਕੀ ਹੁੰਦਾ ਹੈ ਜੀ, ਸਲਫਰਸ ਐਸਿਡ। ਠੀਕ ਹੈ। SO2 ਪਲੱਸ H2O ਕੀ ਹੁੰਦਾ ਵਾ, H2SO3। ਅਗਲਾ ਕੁਐਸਚਨ ਹੈ ਜੀ, ਅਗਲਾ ਪੁਆਇੰਟ ਹੈ, ਦ ਸਲਫਰਸ ਐਸਿਡ ਟਰਨਸ ਬਲੂ ਲਿਟਮਸ ਪੇਪਰ ਰੈੱਡ। ਬਲੂ ਨੂੰ ਇਹ ਰੈੱਡ 'ਚ ਬਦਲ ਦਿੰਦਾ ਆ ਸਲਫਰ ਐਸਿਡ। ਜਨਰਲੀ ਆਕਸਾਈਡਸ ਆਫ ਨੋਨ ਮੈਟਲਸ ਆਰ ਐਸਿਡ ਇਨ ਨੇਚਰ। ਠੀਕ ਹੈ। ਜਨਰਲੀ ਜਿਹੜੇ ਆਕਸਾਈਡਸ ਹੁੰਦੇ ਨੇ ਨੋਨ ਮੈਟਲ ਦੇ ਉਹ ਐਸਿਡਿਕ ਹੀ ਹੁੰਦੇ ਨੇ। ਇਹ ਤੋਂ ਅੱਗੇ ਆ ਇਹਦੀ ਸੋਡੀਅਮ। ਦੇਖੋ ਸੋਡੀਅਮ ਜਿਹੜਾ ਆ ਇਹ ਬਹੁਤ ਰਿਐਕਟਿਵ ਮੈਟਲ ਆ। ਇਟ ਜਰਨਲੀ ਵਿਗੋਰਸਲੀ ਵਿਦ ਆਕਸੀਜਨ ਐਂਡ ਵਾਟਰ। ਅ ਲੋਟ ਆਫ ਹੀਟ ਇਜ਼ ਜਨਰੇਟਿਡ ਇਨ ਰਿਐਕਸ਼ਨ, ਦੇਅਰ ਫੋਰ ਇਟ ਇਜ਼ ਸਟੋਰਡ ਇਨ ਕੈਰੋਸੀਨ। ਇਹ ਬਹੁਤ ਜ਼ਿਆਦਾ ਜਿਹੜਾ ਰਿਐਕਟਿਵ ਹੁੰਦਾ ਵਾ ਸੋਡੀਅਮ। ਠੀਕ ਹੈ। ਇਸ ਲਈ ਇਹਨੂੰ ਕੈਰੋਸੀਨ ਆਇਲ ਦੇ ਵਿੱਚ ਜਿਹੜਾ ਆ ਸਟੋਰ ਕਰਕੇ ਰੱਖਿਆ ਜਾਂਦਾ। ਠੀਕ ਹੈ ਜੀ। ਯਾਦ ਰੱਖਣਾ ਇਹ ਚੀਜ਼ਾਂ ਤੁਸੀਂ। ਜਿਵੇਂ ਇਹਦੇ ਵਿੱਚ ਆਪਾਂ ਸੋਡੀਅਮ ਦਾ ਦੇਖਿਆ ਸੀ, ਇਹਦੇ ਵਿੱਚ ਵੀ ਆਪਾਂ ਦੇਖੋ ਕੈਲ ਕੀਤੀ ਸੀ ਨਾ, ਸੋਡੀਅਮ ਐਂਡ ਪੋਟਾਸ਼ੀਅਮ। ਠੀਕ ਹੈ। ਸੋ ਇਹ ਦੋ ਨੇ, ਇਹ ਤੁਸੀਂ ਚੀਜ਼ਾਂ ਯਾਦ ਰੱਖਣੀਆਂ ਨੇ। ਉਸ ਤੋਂ ਬਾਅਦ 8ਵਾਂ ਪੁਆਇੰਟ ਆ ਗਿਆ, ਨੋਨ ਮੈਟਲਸ ਡੂ ਨਾਟ ਰਿਐਕਟ ਵਿਦ ਵਾਟਰ। ਇਹ ਵਾਟਰ ਨਾਲ ਰਿਐਕਟ ਨਹੀਂ ਕਰਦੇ। ਦੋ ਦੇ ਮੇ ਬੀ ਵੈਰੀ ਰਿਐਕਟਿਵ ਇਨ ਏਅਰ। ਏਅਰ 'ਚ ਇਹ ਰਿਐਕਟਿਵ ਹੋ ਸਕਦੇ ਆ। ਸੱਚ ਨੋਨ ਮੈਟਲਸ ਆਰ ਸਟੋਰਡ ਇਨ ਵਾਟਰ। ਇੱਦਾਂ ਦੇ ਜਿਹੜੇ ਨੋਨ ਮੈਟਲਸ ਆ ਜਿਹੜੇ ਰਿਐਕਟਿਵ ਹੁੰਦੇ ਨੇ ਏਅਰ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਏਅਰ ਦੇ ਵਿੱਚ ਖੁੱਲ੍ਹੀ ਏਅਰ 'ਚ ਨਹੀਂ ਰੱਖ ਸਕਦੇ। ਇਸ ਲਈ ਉਹਨਾਂ ਨੂੰ ਵਾਟਰ ਦੇ ਵਿੱਚ ਰੱਖਿਆ ਜਾਂਦਾ ਆ। ਐਗਜ਼ਾਮਪਲ ਜਿਵੇਂ ਇਹਨੇ ਦੱਸਿਆ ਹੈ ਫੋਸਫੋਰਸ, ਇਹਨੂੰ ਤਾਂ ਬਸ ਤੁਸੀਂ
ਦਿਮਾਗ 'ਚ ਬੰਨ੍ਹ ਲਓ। ਫੋਸਫੋਰਸ ਇੱਦਾਂ ਦਾ ਆ ਜਿਹੜਾ ਬਹੁਤ ਜ਼ਿਆਦਾ ਰਿਐਕਟਿਵ ਆ, ਠੀਕ ਹੈ, ਅਤੇ ਇਹਨੂੰ ਕੀ ਕੀਤਾ ਜਾਂਦਾ ਆ, ਇਹਨੂੰ ਵਾਟਰ ਦੇ ਵਿੱਚ ਜਿਹੜਾ ਸਟੋਰ ਕੀਤਾ ਜਾਂਦਾ। ਇਟ ਕੈਚਿਸ ਫਾਇਰ ਇਫ ਐਕਸਪੋਜ਼ ਟੂ ਏਅਰ ਟੂ ਪ੍ਰੀਵੈਂਟ ਕੰਟੈਕਟ ਫੋਸਫੋਰਸ ਵਿਦ ਐਟਮੋਸਫੇਅਰ ਆਕਸੀਜਨ stored in water, ਜੋ ਆਪਾਂ ਹੁਣੇ ਗੱਲ ਕੀਤੀ। ਨੌਵਾਂ, ਨੌਨ ਮੈਟਲਸ ਜਰਨਲੀ ਡੂ ਨਾਟ ਰਿਐਕਟ ਵਿਦ ਐਸਿਡਸ ਬਟ ਮੈਟਲ ਰਿਐਕਟ ਵਿਦ ਐਸਿਡ ਐਂਡ ਪ੍ਰੋਡਿਊਸਡ ਹਾਈਡਰੋਜਨ ਗੈਸ ਦੈਟ ਬਰਨਸ ਵਿਦ ਅ ਪੌਪ ਸਾਊਂਡ। ਨੌਨ ਮੈਟਲ ਜਿਹੜੇ ਹੈ ਰਿਐਕਟ ਨਹੀਂ ਕਰਦੇ ਐਸਿਡਸ ਦੇ ਨਾਲ, ਬਟ ਮੈਟਲਸ ਰਿਐਕਟ ਵਿਦ ਐਸਿਡ, ਬਟ ਮੈਟਲ ਜਿਹੜੇ ਆ ਉਹ ਐਸਿਡਸ ਦੇ ਨਾਲ ਰਿਐਕਟ ਕਰਦੇ ਆ ਅਤੇ ਪ੍ਰੋਡਿਊਸ ਕਰਦੇ ਆ ਹਾਈਡਰੋਜਨ ਗੈਸ ਦੈਟ ਬਰਨਸ ਵਿਦ ਪੌਪ ਸਾਊਂਡ। ਜਿਹੜਾ ਪੌਪ ਸਾਊਂਡ ਤਾਂ ਹੀ ਆਉਂਦਾ, ਠੀਕ ਹੈ, ਹਾਈਡਰੋਜਨ ਜਦੋਂ ਗੈਸ ਆ ਉਹ ਬਰਨ ਹੁੰਦੀ ਹੈ, ਠੀਕ ਹੈ। ਇਹਦੇ ਅੱਗੇ ਕੁਐਸਚਨ ਵੀ ਕਈ ਵਾਰ ਇਹਦੇ ਵਿੱਚੋਂ ਪੁੱਛਿਆ ਗਿਆ ਸੀ ਲਾਸਟ ਤੋਂ ਜਿੱਦਾਂ ਜਿਹੜਾ ਮਤਲਬ 12 ਨੂੰ ਹੋਇਆ ਉਹਦੇ ਵਿੱਚ ਤਾਂ ਨਹੀਂ ਸੀ, ਪਰ ਉਸ ਤੋਂ ਪਿੱਛੇ ਜਿਹੜਾ ਆ ਪੁੱਛਿਆ ਜਾਂਦਾ ਸੀ ਕਿ ਪੌਪ ਸਾਊਂਡ ਜਿਹੜਾ ਉਹ ਕੀ ਹੁੰਦਾ ਆ। ਤਾਂ ਪੌਪ ਸਾਊਂਡ ਕੀ ਹੈ, ਇੰਡੀਕੇਟਸ ਦਾ ਪ੍ਰੈਜ਼ੈਂਸ ਆਫ ਹਾਈਡਰੋਜਨ ਗੈਸ। ਜਿੱਥੇ ਹਾਈਡਰੋਜਨ ਗੈਸ ਆਉਂਗੀ ਉਹ ਜਦੋਂ ਬਰਨ ਹੁੰਦੀ ਹੈ ਤਾਂ ਪੌਪ ਦਾ ਸਾਊਂਡ ਜਿਹੜਾ ਉਹ ਆਉਂਦਾ ਹੈ, ਠੀਕ ਹੈ। ਅਗਲਾ 11ਵਾਂ ਜੀ ਪੁਆਇੰਟ, ਮੈਟਲਸ ਰਿਐਕਟ ਵਿਦ ਸੋਡੀਅਮ ਹਾਈਡਰੋਕਸਾਈਡ ਟੂ ਪ੍ਰੋਡਿਊਸਡ ਹਾਈਡਰੋਜਨ ਗੈਸ। ਹੁਣ ਇਹ ਹਾਈਡਰੋਜਨ ਗੈਸ ਕਿੱਦਾਂ ਪ੍ਰੋਡਿਊਸ ਹੁੰਦੀ ਹੈ ਕਿ ਜਦੋਂ ਮੈਟਲ ਕੋਈ ਆ ਰਿਐਕਟ ਕਰਦਾ ਸੋਡੀਅਮ ਹਾਈਡਰੋਕਸਾਈਡ ਦੇ ਨਾਲ। ਅਗਲਾ ਕਾਪਰ ਸਲਫੇਟ ਪਲਸ ਜ਼ਿੰਕ, ਠੀਕ ਹੈ, ਇਕੁਏਸ਼ਨ ਹੈ ਇੰਪੋਰਟੈਂਟ, ਇਹਨੂੰ ਯਾਦ ਰੱਖ ਸਕਦੇ ਹਾਂ। ਕਾਪਰ ਸਲਫੇਟ ਪਲਸ ਜ਼ਿੰਕ ਮਤਲਬ CuSO4 ਪਲਸ Zn ਜ਼ਿੰਕ, ਅਤੇ ਕੀ ਹੁੰਦਾ ਆ, ਜ਼ਿੰਕ ਸਲਫੇਟ ਬਣਦਾ ਆ ਪਲਸ ਕਾਪਰ, ਅਤੇ ਕਲਰਲੈਸ ਹੁੰਦਾ ਜੋ, ਅਤੇ ਰੈੱਡ ਕਲਰ ਦੇ ਵਿੱਚ ਹੁੰਦਾ ਹੈ, ਠੀਕ ਹੈ। ਸੋ 13ਵਾਂ ਪੁਆਇੰਟ ਹੈ ਕਿ ਯੂਜ਼ਿਸ ਆਫ ਮੈਟਲ ਐਂਡ ਨੋਨ ਮੈਟਲਸ। ਇਹਨਾਂ ਦਾ ਯੂਜ਼ ਕੀ ਆ, ਮੈਟਲ ਦਾ ਯੂਜ਼ ਕੀ ਆ, ਦੇਖੋ ਜੀ ਸਿੰਪਲ ਆ ਬਹੁਤ ਜ਼ਿਆਦਾ, ਕਿ ਇਹ ਮਸ਼ੀਨਰੀ ਦੇ ਵਿੱਚ ਆਟੋਮੋਬਾਈਲਸ, ਐਰੋਪਲੇਨ, ਟ੍ਰੇਨ, ਸੈਟੇਲਾਈਟ, ਇੰਡਸਟਰੀਅਲ ਗੈਜਟ, ਕੁਕਿੰਗ ਯੂਟੈਂਸਿਲਸ, ਵਾਟਰ ਬੋਇਲਰਸ। ਮੈਟਲ ਤਾਂ ਉੱਥੇ ਯੂਜ਼ ਹੋਣਾ, ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੇ ਯੂਟੈਂਸਿਲਸ ਨੇ, ਭਾਂਡੇ ਨੇ, ਉਹ ਸਾਰੇ ਮੈਟਲ ਦੇ ਹੁੰਦੇ ਨੇ। ਨੋਨ ਮੈਟਲ ਪਰ ਕਿੱਥੇ ਯੂਜ਼ ਹੁੰਦਾ ਆ, ਦੇਖੋ ਅਸੀਂ ਇਹ ਦੇਖਣਾ ਆ। ਨੋਨ ਮੈਟਲ ਯੂਜ਼ ਹੁੰਦਾ ਆ ਅਸੈਂਸ਼ੀਅਲ ਫॉर ਆਵਰ ਲਾਈਫ, ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਆਲ ਲਿਵਿੰਗ ਬੀਇੰਗਸ ਇਨਹੇਲ ਡਿਊਰਿੰਗ ਬਰੀਥਿੰਗ, ਅਸੀਂ ਆਕਸੀਜਨ ਲੈਂਦੇ ਹਾਂ, ਸੋ ਇੱਕ ਤਰ੍ਹਾਂ ਦਾ ਨੋਨ ਮੈਟਲ, ਠੀਕ ਹੈ। ਨੋਨ ਮੈਟਲਸ ਯੂ ਟੂ ਫਰਟੀਲਾਈਜ਼ਰਸ ਟੂ ਐਨਹਾਂਸ ਗਰੋਥ ਆਫ ਪਲਾਂਟਸ ਨੂੰ ਅਸੀਂ ਜਦੋਂ ਸਪਰੇਅ ਕਰਦੇ ਹਾਂ, ਇਹ ਸਾਰੇ ਨੋਨ ਮੈਟਲ ਹੁੰਦੇ ਨੇ, ਠੀਕ ਹੈ। ਨੋਨ ਮੈਟਲ ਯੂਜ਼ਡ ਇਨ ਵਾਟਰ ਪਿਊਰੀਫਿਕੇਸ਼ਨ ਪ੍ਰੋਸੈਸ, ਠੀਕ ਹੈ। ਨੋਨ ਮੈਟਲ ਯੂਜ਼ਡ ਇਨ ਦਾ ਪਰਪਲ ਕਲਰਡ ਸੋਲਿਊਸ਼ਨ ਵਿਚ ਇਜ਼ ਅਪਲਾਈਡ ਔਨ ਵੂੰਡਸ, ਠੀਕ ਹੈ, ਉਹ ਵੀ ਨੋਨ ਮੈਟਲ ਹੁੰਦੇ ਨੇ। ਯੂਜ਼ਡ ਇਨ ਕਰੈਕਰਸ ਦੇ ਵਿੱਚ ਵੀ ਜਿਹੜੇ ਨੋਨ ਮੈਟਲਸ ਹੁੰਦੇ ਨੇ। ਲਾਸਟ ਪੁਆਇੰਟ ਹੈ ਜੀ, ਮੈਟਲਸ ਰਿਐਕਟ ਵਿਦ ਐਸਿਡਸ ਐਂਡ ਪ੍ਰੋਡਿਊਸਡ ਮੈਟਲ ਸਾਲਟ ਐਂਡ ਹਾਈਡਰੋਜਨ ਗੈਸ। ਜਦੋਂ ਮੈਟਲ ਐਸਿਡ ਦੇ ਨਾਲ ਰਿਐਕਟ ਕਰਦੇ ਆ ਐਂਡ ਪ੍ਰੋਡਿਊਸ ਮੈਟਲ ਸਾਲਟ ਐਂਡ ਹਾਈਡਰੋਜਨ ਗੈਸ, ਇਹ ਤੁਸੀਂ ਯਾਦ ਰੱਖਣਾ। ਜਨਰਲੀ ਨੋਨ ਮੈਟਲਸ ਡੂ ਨਾਟ ਰਿਐਕਟ ਵਿਦ ਐਸਿਡ, ਜਿਹੜੇ ਨੋਨ ਮੈਟਲਸ ਉਹ ਐਸਿਡ ਦੇ ਨਾਲ ਰਿਐਕਟ ਨਹੀਂ ਕਰਦੇ, ਠੀਕ ਹੈ ਜੀ। ਸੋ ਇਹ ਕੁਛ ਪੁਆਇੰਟਸ ਸੀਗੇ ਇੰਪੋਰਟੈਂਟ, ਠੀਕ ਹੈ, ਮੈਟਲਸ ਐਂਡ ਨੋਨ ਮੈਟਲਸ ਦੇ। ਉਮੀਦ ਹੈ ਤੁਹਾਨੂੰ ਜਿਹੜੇ ਆ ਇਹ 'ਚ ਬੇਸਿਕ ਔਰ ਕਈ ਚੀਜ਼ਾਂ ਕਲੀਅਰ ਜਿਹੜੀਆਂ ਹੋਏ ਹੋਣਗੀਆਂ। ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਧੰਨਵਾਦ। ਇੱਕ ਵਾਰ ਮੈਂ ਫੇਰ ਰਿਕੁਐਸਟ ਕਰਾਂਗਾ ਕਿ ਜੋ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਨੇ, ਜੋ ਨਵੇਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਵੀ ਕਰਿਓ, ਔਰ ਜੋ ਨਵੇਂ ਨੇ ਜੋ ਪਹਿਲਾਂ ਤੋਂ ਇਸ ਚੈਨਲ ਨਾਲ ਜੁੜੇ ਹੋਏ ਨੇ ਉਹ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ, ਠੀਕ ਹੈ ਜੀ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।